ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਕਵਾਓ ਪਸਾਓ ਕਰ, ਕੁਦਰਤ ਅੰਦਰ ਕੀਆ ਪਾਸਾਰਾ। ਪੰਚ ਤਤ ਪਰਵਾਣ ਕਰ, ਚਹੁ ਬਖਾਣੀ ਵਿੱਚ ਸਭ ਵਰਤਾਰਾ। ਕੇਵਡ ਧਰਤੀ ਆਖੀਐ, ਕੇਵਡ ਤੋਲ ਅਗਾਸ ਅਕਾਰਾ। ਕੇਵਡ ਪਵਨ ਵਖਾਣੀਐ, ਕੇਵਡ ਪਾਣੀ ਤੋਲ ਵਿਥਾਰਾ। ਕੇਵਡ ਅਗਨੀ ਭਾਰ ਹੈ, ਤੁਲ ਨ ਤੋਲ ਅਤੋਲ ਭੰਡਾਰਾ। ਕੇਵਡ ਆਖਾਂ ਸਿਰਜਣਹਾਰਾ, ਕੇਵਡ ਆਖਾਂ ਸਿਰਜਣਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। ਅੱਜ ਭਾਈ ਗੁਰਦਾਸ ਜੀ ਦੀ 8ਵੀਂ ਵਾਰ ਆਰੰਭ ਹੋਈ ਹੈ। ਇਸ 8ਵੀਂ ਵਾਰ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ ਜਿੱਥੇ ਪਰਮਾਤਮਾ ਨੂੰ ਬੇਅੰਤ ਕਹਿੰਦੇ ਹੈ, ਨਾਲ ਹੀ ਸਾਨੂੰ ਦੱਸਦੇ ਹੈ ਕਿ ਪਰਮਾਤਮਾ ਦੀ ਸਾਜੀ ਹੋਈ ਇਹ ਸ੍ਰਿਸ਼ਟੀ, ਇਹ ਕੁਦਰਤ ਦਾ ਪਸਾਰਾ, ਇਸ ਦਾ ਵੀ ਕੋਈ ਅੰਤ ਨਹੀਂ, ਇਹ ਵੀ ਬੇਅੰਤ ਹੈ। ਬੋਲ ਕੇ ਨਹੀਂ ਦੱਸਿਆ ਜਾ ਸਕਦਾ। ਜੋ ਕੁਝ ਪਰਮਾਤਮਾ ਨੇ ਬਣਾਇਆ, ਪੈਦਾ ਕੀਤਾ ਹੈ, ਉਹਦੇ ਬਾਰੇ ਪੂਰਨ ਵਿਸਥਾਰ ਨਹੀਂ ਕੀਤਾ ਜਾ ਸਕਦਾ। ਸੋ ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ 8ਵੀਂ ਵਾਰ ਦੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਹੈ। ਸਤਿਗੁਰੂ ਦੀ ਕਿਰਪਾ ਦੇ ਨਾਲ ਉਹ ਮਿਲਦਾ ਹੈ। ਹੁਣ ਅੱਗੇ ਪਹਿਲੀ ਪੌੜੀ ਭਾਈ ਗੁਰਦਾਸ ਸਾਹਿਬ ਜੀ ਉਚਾਰਦੇ ਹੈ। ਇੱਕ ਕਵਾਓ ਪਸਾਓ ਕਰ, ਕੁਦਰਤ ਅੰਦਰ ਕੀਆ ਪਾਸਾਰਾ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਵਾਹਿਗੁਰੂ ਪਰਮਾਤਮਾ ਨੇ ਇੱਕ ਕਵਾਓ, ਕਵਾਓ ਦਾ ਅਰਥ ਹੁੰਦਾ ਬੋਲ, ਆਪਣੇ ਇੱਕ ਬੋਲ ਦੇ ਨਾਲ, ਇੱਕ ਵਾਕ ਦੇ ਨਾਲ ਇਹ ਸਾਰਾ ਪਸਾਰਾ ਪੈਦਾ ਕੀਤਾ ਹੈ। ਕੁਦਰਤ ਅੰਦਰ ਕੀਆ ਪਾਸਾਰਾ। ਇੱਕ ਵਾਕ ਦੇ ਨਾਲ ਉਸਨੇ ਪਸਾਰਾ ਕਰਕੇ ਕੁਦਰਤ ਸਾਜੀ ਤੇ ਫਿਰ ਕੁਦਰਤ ਦੇ ਵਿੱਚ ਇਹ ਸਾਰਾ ਪਸਾਰਾ ਕਰ ਦਿੱਤਾ। ਭਾਵ ਇਹ ਹੈ ਕਿ ਵਾਹਿਗੁਰੂ ਨੇ ਆਪਣੇ ਇੱਕ ਵਾਕ ਦੇ ਨਾਲ ਪਹਿਲੋਂ ਸੂਖਮ ਰਚਨਾ ਕੀਤੀ ਤੇ ਸੂਖਮ ਰਚਨਾ ਕਰਨ ਤੋਂ ਬਾਅਦ ਫਿਰ ਉਸਨੇ
ਇਹ ਜਿੰਨਾ ਵੀ ਨਜ਼ਰ ਆ ਰਿਹਾ ਹੈ, ਦਿਸ ਰਿਹਾ ਹੈ, ਇਹ ਸਾਰਾ ਆਕਾਰ ਪਰਮਾਤਮਾ ਨੇ ਬਣਾ ਦਿੱਤਾ, ਸਾਰਾ ਪਸਾਰਾ ਉਸ ਨੇ ਇਹ ਪਸਾਰ ਦਿੱਤਾ। ਪੰਚ ਤਤ ਪਰਵਾਨ ਕਰ, ਚਾਹੋਂ ਖਾਣੀ ਵਿੱਚ ਸਭ ਵਰਤਾਰਾ। ਪੰਜ ਤਤ ਜਿਹੜੇ ਹੈ, ਆਪ, ਤੇਜ, ਵਾਯ, ਪ੍ਰਿਥਵੀ, ਆਕਾਸਾ, ਇਹ ਪੰਜੇ ਤੱਤ ਪਰਮਾਤਮਾ ਨੇ ਪ੍ਰਵਾਨ ਕਰਕੇ ਇਹ ਸਾਰੇ ਜਿਹੜੇ ਤੱਤ ਨੇ ਪੰਜੇ, ਇਹਨਾਂ ਨੂੰ ਪ੍ਰਮਾਣੀਕ ਬਣਾਇਆ। ਚਾਹੋਂ ਖਾਣੀ ਵਿੱਚ ਸਭ ਵਰਤਾਰਾ। ਤੇ ਫਿਰ ਜਿਹੜੇ ਜੀ ਜੰਤ ਜਿੰਨੇ ਵੀ ਸਾਜੇ ਹੈ, ਇਹ ਚਾਰ ਖਾਣੀਆਂ ਦੇ ਰਾਹੀਂ ਪਰਮਾਤਮਾ ਨੇ ਸਾਰਾ ਵਰਤਾਰਾ ਵਰਤਾ ਦਿੱਤਾ। ਪਾਂਚ ਤਤ ਕੋ ਤਨ ਰਚਿਓ, ਜਾਨਹੁ ਚਤੁਰ ਸੁਜਾਨ, ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਪੰਜ ਤਤ ਪ੍ਰਮਾਣੀਕ ਬਣਾਏ। ਤੇ ਫਿਰ ਜਿੰਨੇ ਜੀ ਜੰਤ ਵਾਹਿਗੁਰੂ ਨੇ ਪੈਦਾ ਕੀਤੇ ਹੈ, ਚਾਰ ਖਾਣੀਆਂ ਰਾਹੀਂ ਪਸਾਰਾ ਪਸਾਰਿਆ ਹੈ। ਅੰਡਜ, ਜੇਰਜ, ਸੇਤਜ, ਉਤਪੁਜ, ਇਹਨਾਂ ਚਾਰ ਖਾਣੀਆਂ ਦੇ ਰਾਹੀਂ ਸਾਰਾ ਵਰਤਾਰਾ ਉਸਨੇ ਵਰਤਾਇਆ ਹੈ। ਕੇਵਡ ਧਰਤੀ ਆਖੀਐ, ਕੇਵਡ ਤੋਲ ਆਗਾਸ ਆਕਾਰਾ। ਪਰਮਾਤਮਾ ਦੀ ਇਹ ਸਾਜੀ ਹੋਈ ਜਿਹੜੀ ਧਰਤੀ ਹੈ, ਭਾਈ ਗੁਰਦਾਸ ਜੀ ਕਹਿੰਦੇ ਇਹਨੂੰ ਕਿੱਡੀ ਕੁ ਵੱਡੀ ਆਖੀਏ, ਨਹੀਂ ਦੱਸੀ ਜਾ ਸਕਦੀ ਇਹ ਕਿੱਡੀ ਕੁ ਵੱਡੀ ਹੈ। ਕੋਈ ਇੱਕ ਧਰਤੀ ਨਹੀਂ, ਕਰੋੜਾਂ ਧਰਤੀਆਂ ਉਸ ਦੀਆਂ ਬਣਾਈਆਂ ਨੇ। ਆਹ ਧਰਤੀ, ਇਸ ਧਰਤੀ ਨੂੰ ਹੀ ਬੰਦਾ ਨਹੀਂ ਦੱਸ ਸਕਦਾ ਕਿੱਡੀ ਕੁ ਵੱਡੀ ਹੈ, ਇਹਦੀ ਗਹਿਰਾਈ ਦੇ ਵਿੱਚ ਕੀ ਕੁਝ ਹੈ, ਬੰਦਾ ਨਹੀਂ ਮਾਪ ਸਕਦਾ। ਕੇਵਡ ਧਰਤੀ ਆਖੀਏ, ਸੋ ਇਸ ਧਰਤੀ ਨੂੰ ਕਿੱਡੀ ਕੁ ਵੱਡੀ ਆਖੀਏ। ਕੇਵਡ ਤੋਲ ਆਗਾਸ ਆਕਾਰਾ। ਤੇ ਫਿਰ ਆਕਾਸ਼ ਦਾ ਤੋਲ ਤੇ ਆਕਾਸ਼ ਦਾ ਜਿਹੜਾ ਆਕਾਰ ਹੈ, ਉਹਦਾ ਜਿਹੜਾ ਫੈਲਾਵ ਹੈ, ਉਹ ਕਿੱਡਾ ਕੁ ਦੱਸੀਏ। ਨਾ ਧਰਤੀ ਬਾਰੇ ਤੇ ਨਾ ਆਕਾਸ਼ ਬਾਰੇ ਪੂਰਨ ਤੌਰ 'ਤੇ ਦੱਸਿਆ ਜਾ ਸਕਦਾ ਹੈ। ਕੇਵਡ ਪਵਨ ਵਖਾਣੀਐ, ਕੇਵਡ ਪਾਣੀ ਧੋਲ ਵਿਥਾਰਾ। ਜਿਹੜੀ ਪੌਣ ਸਾਜੀ ਹੈ ਪਰਮਾਤਮਾ ਨੇ, ਇਹਨੂੰ ਵੀ ਨਹੀਂ ਦੱਸਿਆ ਜਾ ਸਕਦਾ ਵੀ ਇਹ ਕਿੱਡੀ ਕੁ ਵੱਡੀ ਹੈ, ਕਿੱਥੋਂ ਕੁ ਤੱਕ ਹੈ। ਅਗਾਂਹ ਤੋਂ ਅਗਾਂਹ ਹੀ ਸਭ ਕੁਝ ਖਤਮ ਹੋ ਜਾਏਗਾ, ਪਰ ਉੱਥੇ ਵੀ ਇਹ ਮੌਜੂਦ ਹੈ ਪਵਨ। ਸੋ ਇਸ ਪੌਣ ਨੂੰ ਕਿੱਡਾ ਕੁ ਵੱਡਾ ਦੱਸੀਏ, ਨਹੀਂ ਦੱਸਿਆ ਜਾ ਸਕਦਾ। ਕੇਵਡ ਪਾਣੀ ਤੋਲ ਵਿਥਾਰਾ। ਇਸੇ ਤਰ੍ਹਾਂ ਜਿਹੜਾ ਪਾਣੀ ਤੱਤ ਪਰਮਾਤਮਾ ਨੇ ਪੈਦਾ ਕੀਤਾ ਹੈ, ਉਹਦਾ ਤੋਲ ਕਿੰਨਾ ਕੁ ਹੈ, ਉਹਦਾ ਵਜਨ ਕਿੰਨਾ ਕੁ ਹੈ, ਉਹਦਾ ਵਿਸਥਾਰ ਕਿੰਨਾ ਕੁ ਹੈ, ਕਿੱਡਾ ਕੁ ਆਖੀਏ, ਉਹ ਵੀ ਨਹੀਂ ਦੱਸਿਆ ਜਾ ਸਕਦਾ। ਕੇਵਡ ਅਗਨੀ ਭਾਰ ਹੈ, ਤੋਲ ਨ ਤੋਲ ਅਤੋਲ ਭੰਡਾਰਾ। ਪਰਮਾਤਮਾ ਦੇ ਜਿਹੜੇ ਭੰਡਾਰੇ ਨੇ ਅਤੋਲ ਹਨ, ਤੋਲੇ ਨਹੀਂ ਜਾ ਸਕਦੇ। ਕੇਵਡ ਅਗਨੀ ਭਾਰ ਹੈ। ਇਸੇ ਤਰ੍ਹਾਂ ਅੱਗ ਜਿਹੜੀ ਹੈ, ਉਹਦੀ ਮਿਣਤੀ ਕਿੰਨੀ ਕੁ ਕਰਕੇ ਦੱਸੀਏ। ਰੁੱਖਾਂ ਦੇ ਵਿੱਚ ਵੀ ਅੱਗ ਹੈ। ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਸੋ ਅੱਗ ਤੱਤ ਜਿਹੜਾ ਪ੍ਰਗਟ ਰੂਪ ਦੇ ਵਿੱਚ ਵੀ ਸਾਡੇ ਸਾਹਮਣੇ ਹੈ, ਤੇ ਗੁਪਤ ਰੂਪ ਵਿੱਚ ਵਸਦਾ ਉਹ ਵੀ ਸਾਡੇ ਸਾਹਮਣੇ ਹੈ। ਰੁੱਖਾਂ ਦੇ ਵਿੱਚ ਅਗਨੀ ਹੈ, ਮਨੁੱਖੀ ਸਰੀਰ ਦੇ ਵਿੱਚ ਅੱਗ ਹੈ। ਜੇ ਇਹ ਤੱਤ ਵੱਧ ਜਾਏ ਤਾਂ ਵੀ ਮਨੁੱਖ ਰੋਗੀ ਬਣ ਜਾਂਦਾ ਹੈ। ਅਗਨੀ ਤੱਤ ਘਟ ਜਾਏ, ਸਰੀਰ ਠੰਡਾ ਹੋ ਜਾਏਗਾ, ਮੌਤ ਹੋ ਜਾਏਗੀ। ਸੋ ਇਹ ਅਗਨੀ ਤੱਤ, ਇਹਦਾ ਭਾਰ ਕਿੰਨਾ ਕੁ ਹੈ, ਇਹਦਾ ਵਿਸਥਾਰ ਕਿੰਨਾ ਕੁ ਹੈ, ਕਿੱਡਾ ਕੁ ਵੱਡਾ ਆਖੀਏ। ਭਾਈ ਗੁਰਦਾਸ ਜੀ ਕਹਿੰਦੇ ਨਹੀਂ ਦੱਸਿਆ ਜਾ ਸਕਦਾ। ਤੁਲ ਨਾ ਤੋਲ ਅਤੋਲ ਭੰਡਾਰਾ। ਉਹਦੇ ਭੰਡਾਰੇ ਅਤੋਲ ਨੇ, ਤੇ ਤੱਕੜੀ ਨਾਲ ਤੋਲ ਕੇ ਨਹੀਂ ਦੱਸੇ ਜਾ ਸਕਦੇ। ਅਥਵਾ ਜੋ ਬੁੱਧੀ ਰੂਪ ਤੱਕੜੀ ਦੇ ਵਿੱਚ ਵਿਚਾਰ ਦੇ ਵੱਟੇ ਪਾ ਕੇ ਬੰਦਾ ਤੋਲੇ, ਤਾਂ ਇਹ ਕੁਝ ਵੀ ਤੋਲਿਆ ਨਹੀਂ ਜਾ ਸਕਦਾ, ਕੁਝ ਵੀ ਮਿਣਿਆ ਨਹੀਂ ਜਾ ਸਕਦਾ।
ਜੋ ਵਾਹਿਗੁਰੂ ਦੀ ਸਾਜੀ ਹੋਈ ਇਹ ਰਚਨਾ ਹੈ। ਕੇ ਵੱਡੇ ਆਖਾਂ ਸਿਰਜਣਹਾਰਾ। ਪਰਮਾਤਮਾ ਦੀਆਂ ਜਿਹੜੀਆਂ ਦਾਤਾਂ ਹਨ ਉਹ ਅਤੋਲ ਹਨ, ਕਿੱਡੀਆਂ ਕੁ ਵੱਡੀਆਂ ਉਹਨਾਂ ਬਾਰੇ ਨਹੀਂ ਦੱਸਿਆ, ਨਹੀਂ ਬੋਲਿਆ ਜਾ ਸਕਦਾ। ਅਤੇ ਫਿਰ ਇਹਨਾਂ ਨੂੰ ਸਿਰਜਣਹਾਰ ਪਰਮਾਤਮਾ ਉਹ ਕਿੱਡਾ ਕੁ ਵੱਡਾ, ਭਾਈ ਗੁਰਦਾਸ ਜੀ ਕਹਿੰਦੇ ਉਹਦੇ ਬਾਰੇ ਕਿਵੇਂ ਮੈਂ ਆਖਾਂ ਵੀ ਉਹ ਏਡਾ ਵੱਡਾ ਹੈ, ਉਹਦੇ ਬਾਰੇ ਨਹੀਂ ਦੱਸਿਆ ਜਾ ਸਕਦਾ। ਅਸੀਂ ਰੋਜ਼ ਰਹਿਰਾਸ ਸਾਹਿਬ ਜਦੋਂ ਪੜ੍ਹਦੇ ਹਾਂ ਸ਼ਾਮ ਵੇਲੇ, ਸੁਣ ਵੱਡਾ ਆਖੈ ਸਭ ਕੋਇ, ਕੇਵਡ ਵੱਡਾ ਡੀਠਾ ਹੋਏ। ਮਹਾਰਾਜ ਜੀ ਕਹਿੰਦੇ ਇੱਕ ਦੂਜੇ ਤੋਂ ਸੁਣ ਸੁਣ ਕੇ ਸਾਰੇ ਰੱਬ ਨੂੰ ਵੱਡਾ ਕਹਿੰਦੇ, ਉਹ ਵੱਡਾ ਹੈ। ਕੇਵਡ ਵੱਡਾ, ਕਿੱਡਾ ਕੁ ਵੱਡਾ ਹੈ। ਡੀਠਾ ਹੋਏ, ਜੇ ਕਿਸੇ ਨੇ ਵੇਖਿਆ ਹੋਵੇ ਤਾਂ ਹੀ ਦੱਸੇ ਵੀ ਉਹ ਏਡਾ ਕੁ ਵੱਡਾ ਹੈ। ਦੇਖਿਆ ਹੀ ਨਹੀਂ ਉਸ ਨੂੰ, ਉਹਦੇ ਬਾਰੇ ਧਿਆਨੀ ਧਿਆਨ ਲਾ ਲਾ ਕੇ ਥੱਕ ਗਏ, ਗਿਆਨੀ ਗਿਆਨ ਦੀਆਂ ਗੱਲਾਂ ਕਰਕੇ ਥੱਕ ਗਏ, ਵਿਸਥਾਰ ਕਰ ਕਰਕੇ ਥੱਕ ਗਏ, ਪਰ ਨਹੀਂ ਦੱਸ ਸਕੇ। ਸੁਣ ਵੱਡਾ ਆਖੈ ਸਭ ਕੋਇ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਕੋਈ ਉਹਦੀ ਕੀਮਤ ਨਹੀਂ ਪਾ ਸਕਿਆ ਅੱਜ ਤੱਕ। ਹਾਂ, ਜਿਨ੍ਹਾਂ ਨੇ ਉਹਦੀਆਂ ਸਿਫਤਾਂ ਕੀਤੀਆਂ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਇਹ ਪ੍ਰਭੂ ਜਿਹੜੇ ਤੈਨੂੰ ਕਹਿਣ ਵਾਲੇ ਹੈ, ਤੇਰੀਆਂ ਸਿਫਤਾਂ ਨੂੰ ਆਖਣ ਵਾਲੇ ਆ, ਉਹ ਤੇਰੇ ਵਿੱਚ ਸਮਾ ਗਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੇਤਾ ਕੇਵਡ ਚੀਰਾ ਰਹਾਉ। ਚੀਰਾ ਦਾ ਅਰਥ ਹੁੰਦਾ ਵਿਸਥਾਰ, ਫੈਲਾਵ। ਹੇ ਪਰਮਾਤਮਾ ਤੇਰਾ ਫੈਲਾਵ ਕਿੱਡਾ ਕੁ ਵੱਡਾ ਹੈ, ਕੋਈ ਨਹੀਂ ਦੱਸ ਸਕਦਾ। ਜਿੰਨੇ ਲੋਕ ਨੇ ਮਿਲ ਮਿਲ ਕੇ ਭਾਵੇਂ ਤੈਨੂੰ ਆਖੀ ਜਾਣ, ਪਰ ਤੇਰੀ ਕੀਮਤ ਨਹੀਂ ਪਾਈ ਜਾ ਸਕਦੀ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨਹਾਰਾ। ਕੋਈ ਨਹੀਂ ਤੇਰੇ ਬਾਰੇ ਦੱਸ ਸਕਦਾ। ਸੋ ਭਾਈ ਗੁਰਦਾਸ ਜੀ ਕਹਿੰਦੇ ਕੇਵਡ ਆਖਾਂ ਸਿਰਜਣਹਾਰਾ। ਸਿਰਜਣਹਾਰ ਪਰਮਾਤਮਾ ਨੂੰ ਮੈਂ ਕਿੱਡਾ ਕੁ ਵੱਡਾ ਆਖਾਂ, ਨਹੀਂ ਉਹਦੇ ਬਾਰੇ ਬੋਲ ਕੇ ਦੱਸਿਆ ਜਾ ਸਕਦਾ ਵੀ ਉਹ ਕਿੱਡਾ ਕੁ ਵੱਡਾ ਹੈ। ਹੁਣ ਅਗਲੀ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੂਜੀ ਪੌੜੀ ਦੇ ਵਿੱਚ ਕਿਰਪਾ ਕਰਦੇ ਹੈ। 84 ਲੱਖ ਜੋਨ ਵਿੱਚ, ਜਲ ਥਲ ਮਹੀਅਲ ਤ੍ਰਿਭਵਨ ਸਾਰਾ। ਜਲ ਵਿੱਚ, ਥਲ ਵਿੱਚ, ਮਹੀ ਧਰਤੀ ਤੇ ਅਲ ਆਕਾਸ਼ ਪੁਲਾੜ ਦੇ ਵਿੱਚ, ਤਿੰਨਾਂ ਭਵਨਾਂ ਦੇ ਵਿੱਚ ਪਰਮਾਤਮਾ ਨੇ 84 ਲੱਖ ਜੂਨਾਂ ਬਣਾਈਆਂ ਹਨ। ਇਕਸ ਇਕਸ ਜੋਨ ਵਿੱਚ, ਜੀ ਅਜੰਤ ਅਗਣਤ ਅਪਾਰਾ। 84 ਲੱਖ ਜਿਹੜੀਆਂ ਜੂਨੀਆਂ ਪਰਮਾਤਮਾ ਨੇ ਬਣਾਈਆਂ, ਫਿਰ ਇੱਕ ਇੱਕ ਜੂਨ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਅਣਗਣਤ ਹੀ, ਗਿਣਤੀ ਤੋਂ ਰਹਿਤ ਬੇਸ਼ੁਮਾਰ ਜੀਵ ਜੰਤ ਪਰਮਾਤਮਾ ਨੇ ਪੈਦਾ ਕੀਤੇ। ਤਿੰਨਾਂ ਭਵਨਾਂ ਵਿੱਚ, ਜਲ ਥਲ ਆਕਾਸ਼, ਇਹਦੇ ਵਿੱਚ 84 ਲੱਖ ਜੂਨਾਂ ਪੈਦਾ ਕੀਤੀਆਂ। ਫਿਰ ਇੱਕ ਇੱਕ ਜੂਨ ਦੇ ਵਿੱਚ ਉਹਨੇ ਲੱਖਾਂ ਹੀ ਜੀ ਜੰਤ ਬਣਾਏ। ਜਿਵੇਂ ਇੱਕ ਮਨੁੱਖ ਜੂਨੀ ਹੈ, ਇੱਕ ਮਨੁੱਖ ਥੋੜ੍ਹੀ ਹੈ, ਲੱਖਾਂ ਹੀ ਨੇ, ਕੋਈ ਗਿਣਤੀ ਨਹੀਂ। ਸੋ ਇਕਸ ਇਕਸ ਜੋਨ ਵਿੱਚ, ਇੱਕ ਇੱਕ ਜੂਨੀ ਦੇ ਵਿੱਚ ਜੀ ਜੰਤ ਅਗਣਤ ਅਪਾਰਾ, ਅਗਣਤ ਅਪਾਰ ਜੀਵ ਜੰਤੂ ਵਾਹਿਗੁਰੂ ਨੇ ਪੈਦਾ ਕੀਤੇ ਹੈ। ਸਾਸ ਗਿਰਾਸ ਸੰਭਾਲਦਾ, ਕਰ ਬ੍ਰਹਿਮੰਡ ਕਰੋੜ ਸੁਮਾਰਾ। ਪਰਮਾਤਮਾ ਨੇ
ਇੱਕ ਦੋ ਨਹੀਂ, ਕਰੋੜਾਂ ਦੀ ਗਿਣਤੀ ਦੇ ਵਿੱਚ ਬ੍ਰਹਿਮੰਡ ਪੈਦਾ ਕੀਤੇ ਹੈ। ਅਤੇ ਫਿਰ ਇਹਨਾਂ ਬ੍ਰਹਿਮੰਡਾਂ ਦੇ ਵਿੱਚ ਜਿਹੜੇ ਜੀਵ ਜੰਤ ਹਨ, ਸਾਸ ਗਿਰਾਸ ਉਹਨਾਂ ਦੀ ਸੰਭਾਲ ਕਰਦਾ ਹੈ। ਸਾਸ ਦਾ ਅਰਥ ਹੁੰਦਾ ਸਾਹ ਲੈਣਾ, ਗਿਰਾਸ ਦਾ ਅਰਥ ਹੁੰਦਾ ਗਿਰਾਹੀ, ਰੋਟੀ ਦੀ ਬੁਰਕੀ ਤੋੜ ਕੇ ਮੂੰਹ ਵਿੱਚ ਪਾਉਣੀ। ਸਾਸ ਗਿਰਾਸ ਪਰਮਾਤਮਾ ਇਹਨਾਂ ਬੇਅੰਤ ਹੀ ਜੀਵਾਂ ਦੀ ਸਾਰ ਸੰਭਾਲ ਕਰਦਾ, ਸਾਰਿਆਂ ਦੀ ਉਹ ਦੇਖ ਰੇਖ ਕਰਦਾ ਹੈ, ਸਾਰਿਆਂ ਨੂੰ ਵੇਖਦਾ ਹੈ। ਰੋਮ ਰੋਮ ਵਿੱਚ ਰੱਖਿਓਨ ਓਅੰਕਾਰ ਆਕਾਰ ਵਿਥਾਰਾ। ਰੋਮ ਰੋਮ ਦੇ ਵਿੱਚ ਓਅੰਕਾਰ ਪਰਮਾਤਮਾ ਦੇ ਆਕਾਰ ਦਾ ਵਿਸਥਾਰ ਉਹਨੇ ਰੱਖਿਆ ਹੋਇਆ ਹੈ। ਕਰੋੜਾਂ ਬ੍ਰਹਿਮੰਡ ਹਨ, ਕਰੋੜਾਂ ਬ੍ਰਹਿਮੰਡਾਂ ਦੇ ਵਿੱਚ ਅਣਗਿਣਤ ਹੀ ਜੀਵ ਜੰਤ ਨੇ ਪਰਮਾਤਮਾ ਦੇ ਪੈਦਾ ਕੀਤੇ। ਸਾਸ ਗਰਾਸ ਉਹਨਾਂ ਦੀ ਸੰਭਾਲ ਕਰਦਾ ਹੈ। ਇੰਨਾ ਕੁਝ ਸਾਜ ਕੇ ਬਣਾ ਕੇ ਰੋਮ ਰੋਮ ਵਿੱਚ ਰੱਖੇ ਹੋਣ, ਉਹਨੇ ਆਪਣਾ ਆਪ ਇੱਕ ਇੱਕ ਰੋਮ ਦੇ ਵਿੱਚ ਰੱਖਿਆ ਹੋਇਆ ਹੈ। ਏਡੀ ਵੱਡੀ ਰਚਨਾ, ਅਤੇ ਇਸ ਏਡੀ ਵੱਡੀ ਰਚਨਾ ਦੇ ਵਿੱਚ ਰੋਮ ਕਿੱਡਾ ਕੁ ਹੁੰਦਾ ਹੈ? ਛੋਟਾ ਜਿਹਾ। ਮਹਾਰਾਜ ਜੀ ਕਹਿੰਦੇ ਰੋਮ ਰੋਮ ਦੇ ਵਿੱਚ ਆਪਣਾ ਆਪ ਉਹਨੇ ਰੱਖਿਆ ਹੈ, ਹਰ ਥਾਂ 'ਤੇ ਉਹ ਵਸਦਾ ਹੈ। ਓਅੰਕਾਰ ਆਕਾਰ ਵਿਥਾਰਾ, ਓਅੰਕਾਰ ਪਰਮਾਤਮਾ ਨੇ ਇਹ ਆਕਾਰ ਜਿੰਨਾ ਕੁਝ ਅਸੀਂ ਦੇਖਦੇ ਹਾਂ, ਇਹ ਸਾਰੇ ਦਾ ਵਿਸਥਾਰ ਕੀਤਾ ਹੈ। ਅਥਵਾ ਪਰਮਾਤਮਾ ਨੇ ਆਪਣੇ ਇੱਕ ਇੱਕ ਰੋਮ ਦੇ ਵਿੱਚ ਅਣਗਿਣਤ ਕਰੋੜਾਂ ਹੀ ਬ੍ਰਹਿਮੰਡ ਜਿਹੜੇ ਆ ਉਹ ਸਾਜੇ ਹੋਏ ਹੈ, ਅਤੇ ਕਰੋੜਾਂ ਬ੍ਰਹਿਮੰਡਾਂ ਦੇ ਵਿੱਚ ਅਣਗਿਣਤ ਹੀ ਜੀਵ ਜੰਤੂ ਹਨ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ, ਪਰ ਉਹਨਾਂ ਸਾਰਿਆਂ ਦੀ ਸਾਰ ਸੰਭਾਲ ਪਰਮੇਸ਼ਰ ਕਰਦਾ ਹੈ। ਸਿਰ ਸਿਰ ਲੇਖ ਅਲੇਖ ਦਾ, ਲੇਖ ਅਲੇਖ ਉਪਾਵਣ ਹਾਰਾ। ਹਰੇਕ ਦੇ ਸਿਰ ਉੱਪਰ ਪਰਮਾਤਮਾ ਦਾ ਲੇਖ ਹੈ। ਸਿਰ ਸਿਰ ਲੇਖ ਅਲੇਖ ਦਾ, ਅਲੇਖ ਕਹਿੰਦੇ ਨੇ ਜਿਹਦਾ ਕੋਈ ਲੇਖਾ ਨਹੀਂ। ਪਰਮਾਤਮਾ ਉਹਦਾ ਜਿਹੜਾ ਲੇਖ ਹੈ ਹਰੇਕ ਦੇ ਸਿਰ ਮੱਥੇ 'ਤੇ ਲਿਖਿਆ। ਉਹਦੇ ਹੁਕਮ ਦੀ ਕਲਮ ਹਰੇਕ ਦੇ ਮਸਤਕ 'ਤੇ ਚੱਲੀ ਹੋਈ ਹੈ। ਲੇਖ ਅਲੇਖ ਉਪਾਵਣ ਹਾਰਾ। ਅਤੇ ਪਰਮਾਤਮਾ ਜਿਹੜਾ ਪੈਦਾ ਕਰਨ ਵਾਲਾ ਹੈ ਉਹ ਲੇਖੇ ਤੋਂ ਅਲੇਖ ਹੈ। ਅਸੀਂ ਰੋਜ਼ ਜਪਜੀ ਸਾਹਿਬ ਵਿੱਚ ਮਹਾਰਾਜ ਦਾ ਬਚਨ ਪੜ੍ਹਦੇ ਹਾਂ, ਜਿਨ ਇਹ ਲਿਖੇ ਤੇ ਸਿਰ ਨਾਹੇ, ਜੇ ਫਰਮਾਏ ਤੇ ਉਤੇ ਉਪਾਹੇ। ਮਹਾਰਾਜ ਕਹਿੰਦੇ ਜਿਹਨੇ ਇਹ ਲੇਖ ਲਿਖੇ ਹੈ ਨਾ, ਜਿਹਦੀ ਕਲਮ ਚੱਲੀ ਹੈ, ਤੇਰੇ ਮਸਤਕ 'ਤੇ ਲੇਖ ਲਿਖੇ ਹੈ, ਜਿਨ ਇਹ ਲਿਖੇ ਤੇ ਸਿਰ ਨਾਹੇ, ਉਹਦੇ ਸਿਰ 'ਤੇ ਕਿਸੇ ਦਾ ਕੋਈ ਲੇਖ ਨਹੀਂ ਲਿਖਿਆ ਹੋਇਆ। ਹਰੇਕ ਦੇ ਸਿਰ ਸਿਰ ਦੇ ਉੱਤੇ ਉਹਦਾ ਲੇਖ ਹੈ, ਉਹਦਾ ਹੁਕਮ ਹੈ। ਉਹ ਆਪ ਅਲੇਖ ਹੈ ਅਤੇ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ। ਕੁਦਰਤ ਕਵਣ ਕਰੈ ਵਿਚਾਰਾ। ਪਰਮਾਤਮਾ ਦੀ ਕੁਦਰਤ ਦਾ ਕੌਣ ਵਿਚਾਰ ਕਰ ਸਕਦਾ ਹੈ? ਕੋਈ ਨਹੀਂ ਉਹਦੀ ਕੁਦਰਤ ਦਾ ਵਿਚਾਰ ਕਰ ਸਕਦਾ। ਉਹਦੀ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ, ਅਤੇ ਫਿਰ ਪਰਮਾਤਮਾ ਦਾ ਅੰਤ ਤਾਂ ਕਿਸ ਨੇ ਪਾਉਣਾ ਹੈ? ਕੁਦਰਤ ਕਵਣ ਕਹਾ ਵਿਚਾਰ। ਉਹਦੀ ਕੁਦਰਤ ਦੀ ਮੈਂ ਕੀ ਵਿਚਾਰ ਕਹਾਂ? ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੋ ਉਹ ਨਿਰੰਕਾਰ ਸਦਾ ਕਾਇਮ ਰਹਿਣ ਵਾਲਾ ਹੈ। ਬੇਅੰਤ ਰਚਨਾ ਹੈ ਉਸ ਪਰਮਾਤਮਾ ਦੀ, ਅਤੇ ਉਹਦੀ ਰਚਨਾ ਨੂੰ ਤੱਕ ਕੇ ਸਦਾ ਹੀ ਵਾਹਿਗੁਰੂ ਪਰਮਾਤਮਾ ਦਾ ਸ਼ੁਕਰਾਨਾ ਕਰੀਏ। ਸੋ ਇਸ ਤੋਂ ਅਗਲੀ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ, ਸੋ ਜੋ ਪਰਮਾਤਮਾ ਦੇ ਸਾਜੇ ਦੈਵੀ ਗੁਣ ਹਨ, ਔਰ ਇਸ ਤੋਂ ਉਲਟ ਜੋ ਆਸੁਰੀ ਸੰਪਦਾ ਹੈ ਉਹ ਵੀ ਬੇਅੰਤ ਹੈ, ਉਹਦਾ ਵੀ ਅੰਤ ਨਹੀਂ ਪਾ ਸਕਦਾ ਕੋਈ। ਇਸ ਦਾ ਜ਼ਿਕਰ ਭਾਈ ਗੁਰਦਾਸ ਜੀ ਤੀਜੀ ਪੌੜੀ ਵਿੱਚ ਕਰਦੇ ਹੈ। ਕੇਵਡ ਸਤ ਸੰਤੋਖ ਹੈ, ਦਇਆ ਧਰਮ ਤੇ ਅਰਥ ਵਿਚਾਰਾ।
ਇਹ ਜਿਹੜੀ ਪੌੜੀ ਹੈ ਇਹ ਤੀਸਰੀ ਪੌੜੀ ਹੈ। ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਜਿੰਨੀਆਂ ਵੀ ਪੁਰਾਤਨ ਹੱਥ ਲਿਖਤ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀਆਂ ਪੋਥੀਆਂ ਹਨ, ਉਹਨਾਂ ਸਾਰੀਆਂ ਦੇ ਵਿੱਚ ਇਹ ਤੀਜੀ ਪੌੜੀ ਹੈ। ਜਿਹੜੀ ਪਿੱਛੇ ਆਪਾਂ ਸਰਵਣ ਕੀਤੀ ਹੈ ਉਹ ਦੂਜੀ ਹੈ, ਇਹ ਤੀਜੀ ਹੈ। ਪਰ ਕਈਆਂ ਪੋਥੀਆਂ ਦੇ ਵਿੱਚ ਕ੍ਰਮ ਬਦਲਿਆ ਹੈ, ਦੂਜੀ ਨੂੰ ਤੀਜੀ ਬਣਾਇਆ ਅਤੇ ਤੀਜੀ ਪੌੜੀ ਜਿਹੜੀ ਉਸ ਨੂੰ ਦੂਜੀ ਕਰਕੇ ਲਿਖਿਆ ਹੈ। ਪਰ ਇਹ ਜਿਹੜੇ ਵਿਦਿਆਰਥੀ ਨੇ ਉਹਨਾਂ ਵਾਸਤੇ ਇਹ ਬੇਨਤੀ ਹੁੰਦੀ ਹੈ ਖਾਸ ਕਰਕੇ। ਸੋ ਇਹ ਤੀਜੀ ਪੌੜੀ ਹੈ। ਕੇਵਡ ਸਤ ਸੰਤੋਖ ਹੈ, ਦਇਆ ਧਰਮ ਤੇ ਅਰਥ ਵਿਚਾਰਾ। ਪਰਮਾਤਮਾ ਦੇ ਬਣਾਏ ਹੋਏ ਜਿਹੜੇ ਦੈਵੀ ਗੁਣ ਹਨ, ਭਾਈ ਗੁਰਦਾਸ ਜੀ ਕਹਿੰਦੇ ਇਹ ਕਿੱਡੇ ਕੁ ਵੱਡੇ ਹਨ, ਇਹਨਾਂ ਦਾ ਵਿਚਾਰ ਕਿੱਡਾ ਕੁ ਕਰਕੇ ਦੱਸੀਏ, ਭਾਵ ਇਹ ਬੇਅੰਤ ਹਨ। ਕੇਵਡ ਸਤ ਸੰਤੋਖ ਹੈ, ਸਤ ਸੰਤੋਖ ਦਇਆ ਧਰਮ ਤੇ ਅਰਥ, ਜੋ ਚਾਰ ਪਦਾਰਥਾਂ ਦੇ ਵਿੱਚੋਂ ਇੱਕ ਪਦਾਰਥ ਹੈ ਅਰਥ, ਇੱਕ ਪਦਾਰਥ ਹੈ ਧਰਮ, ਤੇ ਦੈਵੀ ਗੁਣ ਸਤ ਸੰਤੋਖ ਦਇਆ, ਇਹਨਾਂ ਦਾ ਵਿਚਾਰ ਕਿੰਨਾ ਕੁ ਵੱਡਾ ਕਰਕੇ ਦੱਸੀਏ। ਭਾਈ ਗੁਰਦਾਸ ਜੀ ਕਹਿੰਦੇ ਪਰਮਾਤਮਾ ਦੇ ਬਾਰੇ ਬੋਲਣਾ, ਉਹਦੇ ਬਾਰੇ ਦੱਸਣਾ ਵੀ ਉਹ ਕਿੱਡਾ ਕੁ ਵੱਡਾ ਹੈ, ਉਹ ਗੱਲ ਬਾਅਦ ਦੀ ਹੈ। ਪਹਿਲਾਂ ਜੋ ਕੁਝ ਉਹਨੇ ਸਾਜਿਆ ਬਣਾਇਆ ਉਹਦੇ ਵੱਲ ਵੇਖੋ। ਜੋ ਉਹਨੇ ਦੈਵੀ ਗੁਣ ਬਣਾਏ, ਸਤ ਸੰਤੋਖ ਦਇਆ ਧਰਮ ਅਰਥ, ਇਹਨਾਂ ਦੀ ਵਿਚਾਰ ਕਿੱਡੀ ਕੁ ਵੱਡੀ ਦੱਸੀਏ, ਨਹੀਂ ਦੱਸੀ ਜਾ ਸਕਦੀ। ਪੂਰਨ ਤੌਰ 'ਤੇ ਕੋਈ ਵੀ ਇਹਨਾਂ ਗੁਣਾਂ ਦੀ ਵਿਚਾਰ ਨਹੀਂ ਕਰ ਸਕਦਾ। ਕੇਵਡ ਕਾਮ ਕ੍ਰੋਧ ਹੈ, ਕੇਵਡ ਲੋਭ ਮੋਹ ਅਹੰਕਾਰਾ। ਫਿਰ ਕਾਮ ਕ੍ਰੋਧ ਕਿੱਡਾ ਕੁ ਵੱਡਾ ਹੈ। ਕੇਵਡ ਲੋਭ ਮੋਹ ਅਹੰਕਾਰਾ, ਲੋਭ ਮੋਹ ਤੇ ਹੰਕਾਰ ਕਿੱਡਾ ਕੁ ਵੱਡਾ ਹੈ, ਇਹਦੇ ਬਾਰੇ ਵੀ ਨਹੀਂ ਦੱਸਿਆ ਜਾ ਸਕਦਾ। ਕੀ ਕੁਝ ਇਹ ਕਰਦਾ ਹੈ। ਜਿਸ ਬੰਦੇ ਦੇ ਸਿਰ 'ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਵਾਰ ਹੋ ਜਾਂਦਾ ਹੈ, ਇਹ ਵੀ ਨਹੀਂ ਦੱਸਿਆ ਜਾ ਸਕਦਾ। ਸੋ ਇਹ ਜਿਹੜੀ ਆਸੁਰੀ ਸੰਪਦਾ ਹੈ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਕਿੱਡੇ ਕੁ ਵੱਡੇ ਨੇ, ਇਹਨਾਂ ਦਾ ਵੀ ਵਿਸਥਾਰ ਕਰਕੇ ਨਹੀਂ ਦੱਸਿਆ ਜਾ ਸਕਦਾ। ਕੇਵਡ ਦ੍ਰਿਸ਼ਟ ਵਖਾਣੀ ਹੈ, ਕੇਵਡ ਰੂਪ ਰੰਗ ਪ੍ਰਕਾਰਾ। ਪਰਮਾਤਮਾ ਦੀ ਜੋ ਦ੍ਰਿਸ਼ਟੀ ਹੈ, ਉਹਦੀ ਜੋ ਨਜ਼ਰ ਹੈ, ਉਹਨੂੰ ਕਿੱਡੀ ਕੁ ਵੱਡੀ ਦੱਸੀਏ, ਉਹ ਵੀ ਨਹੀਂ ਦੱਸੀ ਜਾ ਸਕਦੀ। ਬੰਦੇ ਦੀ ਨਜ਼ਰ ਤਾਂ ਉੱਥੋਂ ਤੱਕ ਦੇਖੇਗੀ ਨਾ। ਰੱਬ ਤਾਂ ਬੰਦਾ ਭਾਵੇਂ ਸੱਤ ਪਤਾਲ ਦੇ ਵਿੱਚ ਚਲਿਆ ਜਾਵੇ, ਉੱਥੇ ਵੀ ਵੇਖਦਾ ਹੈ ਵੀ ਤੂੰ ਕੀ ਕਰ ਰਿਹਾ ਹੈ। ਸਦ ਸੁਣਦਾ ਸਦ ਵੇਖਦਾ, ਕਿਉਂ ਮੁੱਕਰ ਪਿਆ ਜਾਏ। ਮਹਾਰਾਜ ਕਹਿੰਦੇ ਸਦਾ ਸੁਣਦਾ ਹੈ, ਵੇਖਦਾ ਹੈ। ਤੂੰ ਉਹਦੇ ਤੋਂ ਕੁਝ ਵੀ ਗੱਲ ਲੁਕਾ ਨਹੀਂ ਸਕਦਾ। ਉਹਦੀ ਦ੍ਰਿਸ਼ਟੀ ਕਿੱਡੀ ਕੁ ਵੱਡੀ ਦੱਸੀਏ, ਨਹੀਂ ਦੱਸੀ ਜਾ ਸਕਦੀ। ਕੇਵਡ ਰੂਪ ਰੰਗ ਪ੍ਰਕਾਰਾ, ਤੇ ਉਸ ਦੇ ਰੂਪ ਰੰਗ ਦੇ ਪ੍ਰਕਾਰ ਕਿੰਨੇ ਕੁ ਹਨ, ਇਹ ਵੀ ਨਹੀਂ ਦੱਸੇ ਜਾ ਸਕਦੇ। ਹਰ ਰੂਪ ਰੰਗ ਦੇ ਵਿੱਚ ਉਹ ਆਪ ਵਸਦਾ ਹੈ। ਕਿੰਨੇ ਕੁ ਨੇ ਉਹਦੇ ਰੂਪ ਰੰਗ ਦੇ ਪ੍ਰਕਾਰ, ਤੇ ਕਿੱਡੇ ਕੁ ਵੱਡੇ ਨੇ, ਇਹ ਵੀ ਨਹੀਂ ਦੱਸਿਆ ਜਾ ਸਕਦਾ। ਕੇਵਡ ਸੁਰਤ ਸਲਾਹੀ ਹੈ, ਕੇਵਡ ਸ਼ਬਦ ਵਿਥਾਰ ਪਸਾਰਾ। ਸੋ ਉਹਦਾ ਜਿਹੜਾ ਧਿਆਨ ਹੈ, ਉਹਦੀ ਕਿੰਨੀ ਕੁ ਸਿਫਤ ਕਰੀਏ, ਨਾ ਉਹਦੇ ਬਾਰੇ ਦੱਸਿਆ ਜਾ ਸਕਦਾ। ਉਹਦੇ ਧਿਆਨ ਦੇ ਬਾਰੇ ਨਾ ਉਹਦੇ ਧਿਆਨ ਦੀ ਸਿਫਤ ਹੋ ਸਕਦੀ ਹੈ। ਕੇਵਡ ਸ਼ਬਦ ਵਿਥਾਰ ਪਸਾਰਾ, ਤੇ ਉਹਦੇ ਸ਼ਬਦ ਦਾ ਵਿਸਥਾਰ ਪਸਾਰ ਕਿੱਡਾ ਕੁ ਵੱਡਾ ਹੈ, ਨਹੀਂ ਦੱਸਿਆ ਜਾ ਸਕਦਾ। ਸ਼ਬਦ ਤੋਂ ਹੀ ਸਾਰਾ ਕੁਝ ਉਸਨੇ ਪੈਦਾ ਕੀਤਾ ਹੈ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸੈਲ ਜੁਗ ਭਏ, ਓਅੰਕਾਰ ਵੇਦ ਨਿਰਮਏ। ਸਭ ਕੁਝ ਉਹਨੇ ਆਪਣੇ ਸ਼ਬਦ ਤੋਂ ਪੈਦਾ ਕੀਤਾ ਹੈ। ਭਾਈ ਸਾਹਿਬ ਜੀ ਕਹਿੰਦੇ ਉਹਦਾ ਸ਼ਬਦ ਕਿੱਡਾ ਕੁ ਵੱਡਾ, ਵਿਸਥਾਰ ਪਸਾਰ ਕਿੱਡਾ ਕੁ ਹੈ, ਨਹੀਂ ਦੱਸਿਆ ਜਾ ਸਕਦਾ। ਅਥਵਾ ਪਰਮਾਤਮਾ ਦਾ ਸਵਰੂਪ ਗੁਰੂ ਦਾ ਸ਼ਬਦ ਕਿੱਡਾ ਕੁ ਵੱਡਾ ਹੈ, ਸ਼ਬਦ ਦਾ ਪਸਾਰਾ, ਸ਼ਬਦ ਦੀ ਵਿਚਾਰ ਕਿੱਡੀ ਕੁ ਵੱਡੀ ਹੈ, ਇਹ ਨਹੀਂ ਦੱਸੀ ਜਾ ਸਕਦੀ।
ਕੇਵਡ ਵਾਸ ਨਿਵਾਸ ਹੈ, ਕੇਵਡ ਗੰਧ ਸੁਗੰਧ ਅਚਾਰਾ। ਵਾਸ ਦਾ ਅਰਥ ਹੁੰਦਾ ਵਾਸ਼ਨਾ, ਮਨ ਵਾਲੀ ਵਾਸ਼ਨਾ ਨਹੀਂ, ਬਾਹਰੋਂ ਜਿਹੜੀ ਸੁਗੰਧੀ ਤੇ ਦੁਰਗੰਧੀ ਸਾਨੂੰ ਨੱਕ ਰਾਹੀਂ ਮਿਲਦੀ ਹੈ। ਗੰਦਗੀ ਦੇ ਕੋਲੋਂ ਨਿਕਲੋ, ਬੰਦਾ ਨੱਕ 'ਤੇ ਕੱਪੜਾ ਰੱਖ ਲੈਂਦਾ ਹੈ, ਦੁਰਗੰਧੀ ਆ ਰਹੀ ਹੈ। ਫੁੱਲਾਂ ਦੇ ਕੋਲੋਂ ਲੰਘਦਾ ਹੈ, ਮਹਿਕ ਆ ਰਹੀ ਹੈ। ਸੋ ਇਹ ਦੁਰਗੰਧੀ ਤੇ ਸੁਗੰਧੀ ਕੇਵਡ ਵਾਸ ਨਿਵਾਸ ਹੈ। ਵਾਸ਼ਨਾ ਦਾ ਕਿਹੜੀਆਂ ਕਿਹੜੀਆਂ ਬੂਟੀਆਂ ਦੇ ਵਿੱਚ ਕਿੰਨਾ ਕੁ ਵਾਸਾ ਹੈ, ਨਹੀਂ ਦੱਸਿਆ ਜਾ ਸਕਦਾ। ਕੇਵਡ ਗੰਧ ਸੁਗੰਧ ਅਚਾਰਾ। ਸੋ ਗੰਧਾਂ ਦੇ ਵਿੱਚੋਂ ਜੋ ਸੁਗੰਧੀ ਹੈ, ਅਥਵਾ ਸੁਗੰਧੀ ਤੇ ਦੁਰਗੰਧੀ ਦਾ ਅਚਾਰਾ ਜੋ ਕਰਤੱਵ ਹੈ, ਉਹ ਕੀ ਹੈ, ਇਹਦੇ ਬਾਰੇ ਨਹੀਂ ਦੱਸਿਆ ਜਾ ਸਕਦਾ। ਕਿਹੜੀਆਂ ਕਿਹੜੀਆਂ ਬੂਟੀਆਂ ਦੇ ਵਿੱਚ ਉਹਨੇ ਕਿਹੜੀ ਕਿਹੜੀ ਦੁਰਗੰਧੀ ਤੇ ਸੁਗੰਧੀ ਰੱਖੀ ਹੈ, ਨਹੀਂ ਦੱਸਿਆ ਜਾ ਸਕਦਾ। ਕਈ ਐਸੀਆਂ ਬੂਟੀਆਂ ਨੇ ਤੁਹਾਡੇ ਤਨ ਨੂੰ ਲੱਗਣਗੀਆਂ ਤੇ ਤਨ ਦੇ ਉੱਤੇ ਛਾਲੇ ਹੋ ਜਾਂਦੇ ਹੈ, ਤਫੜ ਪੈ ਜਾਂਦੇ ਹੈ। ਔਰ ਕਈ ਬੂਟੀਆਂ ਐਸੀਆਂ ਨੇ, ਦੂਜੀ ਬੂਟੀ ਛੁਹਾ ਦੇਵੋ, ਉਹ ਛਾਲੇ ਉਹ ਤਫੜ ਦੂਰ ਹੋ ਜਾਂਦੇ ਹੈ। ਸ਼੍ਰੀ ਹੇਮਕੁੰਟ ਸਾਹਿਬ ਅਨੇਕਾਂ ਸੰਗਤਾਂ ਦਰਸ਼ਨ ਕਰਨ ਜਾਂਦੀਆਂ ਨੇ। ਇੱਕ ਸਿੰਘ ਜੋ ਜੜੀਆਂ ਬੂਟੀਆਂ ਨੂੰ ਚੰਗੀ ਤਰ੍ਹਾਂ ਜਾਣਨ ਵਾਲਾ ਸੀ, ਰਸਤੇ ਵਿੱਚ ਜਾਂਦਿਆਂ ਉਸਨੇ ਸਿੰਘਾਂ ਦੇ ਨਾਲ ਵਚਨ ਕੀਤੇ। ਕਹਿੰਦੇ, ਵੇਖੋ ਕਾਦਰ ਦੀ ਕੁਦਰਤ, ਨੇੜੇ ਨੇੜੇ ਦੋ ਬੂਟੀਆਂ ਸਨ। ਕਹਿੰਦੇ, ਇਹਨੂੰ ਹੱਥ ਲਾਓਗੇ ਤੁਹਾਡੇ ਹੱਥਾਂ 'ਤੇ ਤੱਫੜ ਪੈ ਜਾਣਗੇ, ਛਾਲੇ ਹੋ ਜਾਣਗੇ। ਉਹਦੇ ਨੇੜੇ ਹੀ ਦੂਜੀ ਬੂਟੀ, ਕਹਿੰਦੇ, ਉਹ ਛੁਹਾ ਦਿਓਗੇ ਅਤੇ ਉਹ ਤੱਫੜ ਦੂਰ ਹੋ ਜਾਣਗੇ। ਕੁਦਰਤ ਦੇ ਵਿੱਚ ਕਿੰਨਾ ਕੁਝ ਪਰਮਾਤਮਾ ਨੇ ਪੈਦਾ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਕੋਈ ਨਹੀਂ ਦੱਸ ਸਕਦਾ। ਕੇਵਡ ਵਾਸ ਨਿਵਾਸ ਹੈ, ਕੇਵਡ ਗੰਧ ਸੁਗੰਧ ਅਚਾਰਾ। ਸੋ ਵਾਸਨਾ ਦਾ ਕਿੰਨਾ ਕੁ ਵੱਡਾ ਵਾਸ ਹੈ, ਉਹਦਾ ਵਾਸਾ ਹੈ। ਅਤੇ ਦੁਰਗੰਧੀ ਸੁਗੰਧੀ ਜਿਹੜੀਆਂ ਬੂਟੀਆਂ ਦੇ ਵਿੱਚ ਮੌਜੂਦ ਹੈ, ਉਹਦੇ ਕਰਤੱਵ ਕੀ ਨੇ, ਕੀ ਕੰਮ ਕਰਦੀਆਂ ਨੇ, ਪੂਰਨ ਤੌਰ 'ਤੇ ਕੋਈ ਨਹੀਂ ਦੱਸ ਸਕਦਾ। ਕੇਵਡ ਰਸ ਕਸ ਆਖੀਅਨ, ਕੇਵਡ ਸਾਧ ਨਾਦ ਓਅੰਕਾਰਾ। ਰਸ ਕਸ ਜਿਹੜੇ ਪਰਮਾਤਮਾ ਨੇ ਪੈਦਾ ਕੀਤੇ ਕਿੰਨੇ ਕੁ ਨੇ, ਕਿੰਨੇ ਕੁ ਦਸੀਏ, ਕੋਈ ਇੱਕ ਅੱਧਾ ਹੋਵੇ ਤੇ ਦਸੀਏ। ਕੇਵਡ ਸਾਧ ਨਾਦ ਓਅੰਕਾਰਾ। ਅਤੇ ਓਅੰਕਾਰ ਪਰਮਾਤਮਾ ਦੇ ਨਾਦ ਸ਼ਬਦ ਦਾ ਜੋ ਸਵਾਦ ਹੈ ਨਾ, ਰਸ ਹੈ, ਉਹ ਕਿੰਨਾ ਕੁ ਹੈ, ਇਹ ਵੀ ਨਹੀਂ ਦੱਸਿਆ ਜਾ ਸਕਦਾ। ਉਹਦੇ ਸ਼ਬਦ ਦਾ, ਉਹਦੇ ਨਾਮ ਦਾ ਰਸ ਨਹੀਂ ਦੱਸਿਆ ਜਾ ਸਕਦਾ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨ ਪੁੱਜਨ ਤੁਧ। ਕਿੰਨੀ ਮਿਠਾਸ ਹੈ, ਕੀ ਰਸ ਹੈ, ਉਹ ਕਿੱਡਾ ਕੁ ਹੈ, ਨਹੀਂ ਦੱਸਿਆ ਜਾ ਸਕਦਾ। ਅੰਤ ਬੇਅੰਤ ਨਾ ਪਾਰਾ ਵਾਰਾ। ਪਰਮਾਤਮਾ, ਉਹਦੀ ਕੁਦਰਤ ਅੰਤ ਤੋਂ ਬੇਅੰਤ ਹੈ, ਉਹਦੀ ਕੁਦਰਤ ਦਾ ਪਾਰਾਵਾਰ ਨਹੀਂ। ਅਤੇ ਪਰਮਾਤਮਾ ਦਾ ਪਾਰਾਵਾਰ ਕੋਈ ਕਿੱਥੋਂ ਪਾ ਲਵੇਗਾ। ਉਹ ਆਪ ਅੰਤ ਤੋਂ ਬੇਅੰਤ ਹੈ। ਉਹਦੀ ਜਿਹੜੀ ਕੁਦਰਤ ਹੈ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਉਹ ਵੀ ਬੇਅੰਤ ਹੈ। ਕੋਈ ਉਹਦੀ ਕੁਦਰਤ ਬਾਰੇ ਨਹੀਂ ਦੱਸ ਸਕਦਾ। ਕੇਵਡ ਦੁੱਖ ਸੁਖ ਆਖੀਐ, ਕੇਵਡ ਹਰਖ ਸੋਗ ਵਿਸਥਾਰਾ। ਸੋ ਚੌਥੀ ਪੌੜੀ ਵਿੱਚ ਭਾਈ ਸਾਹਿਬ ਜੀ ਫਰਮਾਉਂਦੇ ਹੈ ਵੀ ਜਿਹੜੇ ਦੁੱਖ ਸੁੱਖ ਹਰਖ ਸੋਗ, ਇਹ ਸਭ ਚੀਜ਼ਾਂ ਪਰਮਾਤਮਾ ਦੀਆਂ ਬਣਾਈਆਂ ਨੇ, ਕਿੰਨੀਆਂ ਕੁ ਵੱਡੀਆਂ ਹਨ, ਕੋਈ ਨਹੀਂ ਦੱਸ ਸਕਦਾ। ਕੇਵਡ ਦੁੱਖ ਸੁੱਖ ਆਖੀਐ, ਦੁੱਖ ਅਤੇ ਸੁੱਖ ਨੂੰ ਕਿੱਡਾ ਕੁ ਵੱਡਾ ਆਖੀਏ। ਕੇਵਡ ਹਰਖ ਸੋਗ ਵਿਸਥਾਰਾ। ਹਰਖ ਅਤੇ ਸੋਗ ਦਾ ਵਿਸਥਾਰ ਕਿੰਨਾ ਕੁ ਵੱਡਾ ਹੁੰਦਾ ਹੈ, ਕੀ ਦੱਸੀਏ ਇਹਦੇ ਬਾਰੇ। ਕੇਵਡ ਸੱਚ ਵਖਾਣੀਐ, ਕੇਵਡ ਕੂੜ ਕਮਾਵਣ ਕਾਰਾ। ਸੱਚ ਕਿੱਡਾ ਕੁ ਵੱਡਾ ਹੁੰਦਾ, ਕੀ ਦੱਸੀਏ ਉਹਦੇ ਬਾਰੇ, ਨਹੀਂ ਦੱਸਿਆ ਜਾ ਸਕਦਾ। ਕੇਵਡ ਕੂੜ ਕਮਾਵਣ ਹਾਰਾ। ਅਤੇ ਕੂੜ ਝੂਠ ਨੂੰ ਜਿਹੜੇ ਕਮਾਉਣ ਵਾਲੇ ਹੈ, ਝੂਠ ਦੇ ਜਿਹੜੇ ਵਪਾਰੀ ਹੈ, ਝੂਠ ਬੋਲਦੇ ਹੈ, ਉਹ ਕਿੰਨੇ ਕੁ ਹਨ,
ਇਹ ਵੀ ਨਹੀਂ ਦੱਸਿਆ ਜਾ ਸਕਦਾ। ਕਿੰਨੇ ਬੰਦੇ ਦੁਨੀਆ 'ਤੇ ਝੂਠ ਬੋਲਦੇ ਹੈ, ਝੂਠੇ ਨੇ, ਅਤੇ ਕਿੱਡੇ ਕਿੱਡੇ ਵੱਡੇ ਝੂਠ ਬੋਲਦੇ ਨੇ, ਨਹੀਂ ਦੱਸਿਆ ਜਾ ਸਕਦਾ। ਕੇਵਡ ਰੁਤੀ ਮਾਹ ਕਰ, ਦੇਹ ਰਾਤੀ ਵਿਸਮਾਦ ਵਿਚਾਰਾ। ਅਤੇ ਜੋ ਪਰਮਾਤਮਾ ਨੇ ਰੁੱਤਾਂ ਅਤੇ ਮਹੀਨੇ, ਦਿਨ ਰਾਤ ਇਹ ਜਿਹੜੇ ਬਣਾਏ ਹੈ, ਕੇਵਡ ਰੁਤੀ ਮਾਹ ਕਰ, ਰੁੱਤਾਂ ਮਹੀਨੇ ਕਦੋਂ ਤੋਂ ਬਣੇ ਹੈ, ਕਿੱਡੇ ਕੁ ਵੱਡੇ ਹੈ, ਦਿਨ ਅਤੇ ਰਾਤਾਂ। ਸੋ ਇਹਨਾਂ ਦੀ ਵਿਚਾਰ ਜਦੋਂ ਕਰੋਗੇ, ਭਾਈ ਸਾਹਿਬ ਜੀ ਕਹਿੰਦੇ ਵਿਸਮਾਦ, ਹੈਰਾਨ ਹੋ ਜਾਵੋਗੇ ਤੁਸੀਂ। ਬੰਦਾ ਹੁਣ ਤਾਂ ਇਹ ਦਿਨ ਰਾਤਾਂ ਦੀ ਗਿਣਤੀ ਕਰ ਰਿਹਾ, ਇਹ ਕਦੋਂ ਤੋਂ ਚੱਲੇ ਨੇ, ਕਦੋਂ ਤੋਂ ਇਹ ਪਸਾਰਾ ਤੁਰਿਆ ਆ ਰਿਹਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨਹੀਂ ਦੱਸਿਆ ਜਾ ਸਕਦਾ। ਕਿੰਨੀਆਂ ਕੁ ਰੁੱਤਾਂ ਦਾ, ਮਹੀਨਿਆਂ ਦਾ, ਦਿਨ ਰਾਤ ਦੇ ਵਿਚਾਰ ਦਾ ਜੋ ਸਾਜ਼ ਹੈ ਪਰਮਾਤਮਾ ਨੇ ਰਚਿਆ, ਇਹ ਅਸਚਰਜ ਰੂਪ ਰਚਿਆ ਹੈ। ਆਸਾ ਮਨਸਾ ਕੇਵੜੀ, ਕੇਵਡ ਨੀਂਦ ਭੁੱਖ ਆਹਾਰਾ। ਆਸਾ ਮਨਸਾ ਜਿਹੜੀ ਹੈ ਉਹ ਕਿੱਡੀ ਕੁ ਵੱਡੀ ਹੈ, ਇਹਦੇ ਬਾਰੇ ਕੋਈ ਕੀ ਦੱਸੇ। ਇਸੇ ਤਰ੍ਹਾਂ ਨੀਂਦ ਭੁੱਖ ਅਤੇ ਆਹਾਰ ਜੋ ਭੋਜਨ ਹੈ, ਇਹਦਾ ਵਿਚਾਰ ਕਿੱਡਾ ਕੁ ਵੱਡਾ ਹੈ, ਇਹ ਵੀ ਨਹੀਂ ਦੱਸਿਆ ਜਾ ਸਕਦਾ। ਨੀਂਦ ਭੁੱਖ ਅਤੇ ਭੋਜਨ, ਇਹਨਾਂ ਦਾ ਵਿਚਾਰ ਕਿੱਡਾ ਕੁ ਵੱਡਾ ਹੈ। ਸਾਰੀ ਉਮਰ ਬੰਦਾ ਪਕਵਾਨ ਤਿਆਰ ਕਰਦਾ ਰਹੇ, ਤਰ੍ਹਾਂ ਤਰ੍ਹਾਂ ਦੇ ਬਣਾਉਂਦਾ ਰਹੇ, ਇਹ ਕਿਤੇ ਮੁੱਕਣ ਵਾਲੇ ਹੈ, ਇਹਨਾਂ ਦਾ ਵਿਚਾਰ ਨਹੀਂ ਦੱਸਿਆ ਜਾ ਸਕਦਾ। ਕੇਵਡ ਆਖਾਂ ਭਾਉ ਭਉ, ਸਾਂਤ ਸਹਿਜ ਉਪਕਾਰ ਵਿਕਾਰਾ। ਭਾਉ ਅਤੇ ਭਉ, ਭਾਉ ਪ੍ਰੇਮ ਅਤੇ ਭਉ ਡਰ। ਇਸੇ ਤਰ੍ਹਾਂ ਸ਼ਾਂਤੀ, ਸਹਿਜ ਟਿਕਾਓ ਅਤੇ ਉਪਕਾਰ, ਅਤੇ ਜਿਹੜੇ ਵਿਕਾਰ ਹਨ, ਇਹਨਾਂ ਦਾ ਵਿਚਾਰ ਭਾਈ ਗੁਰਦਾਸ ਜੀ ਕਹਿੰਦੇ ਕਿੰਨਾ ਕੁ ਦੱਸੀਏ। ਰੱਬੀ ਭਉ ਬਾਰੇ ਵੀ ਨਹੀਂ ਦੱਸਿਆ ਜਾ ਸਕਦਾ, ਸੰਸਾਰੀ ਭਉ ਬਾਰੇ ਵੀ ਨਹੀਂ ਦੱਸਿਆ ਜਾ ਸਕਦਾ। ਪਰਮਾਤਮਾ ਦੇ ਨਾਲ ਜੋ ਭਾਵ ਪ੍ਰੇਮ ਕਰਨਾ ਹੈ, ਉਹਦੇ ਬਾਰੇ ਵੀ ਨਹੀਂ ਦੱਸਿਆ ਜਾ ਸਕਦਾ। ਸੋ ਕੇਵਡ ਆਖਾਂ ਭਾਉ ਭਉ, ਪਰਮਾਤਮਾ ਉਹਦੇ ਭਾਉ ਅਤੇ ਉਹਦੇ ਭਉ ਨੂੰ ਕਿੱਡਾ ਕੁ ਵੱਡਾ ਆਖਾਂ, ਅਥਵਾ ਕਈ ਉਹਦਾ ਭਾਉ ਅਤੇ ਭਉ ਰੱਖ ਕੇ ਸ਼ਾਂਤੀ ਅਤੇ ਸਹਿਜ ਉਪਕਾਰ ਕਰਦੇ ਹੈ, ਅਤੇ ਕਈ ਵਿਕਾਰ ਕਰਦੇ ਹੈ, ਵਿਕਾਰਾਂ ਦੇ ਵਿੱਚ ਮਸਤ ਰਹਿੰਦੇ ਹੈ। ਇਹੋ ਜਿਹੇ ਕਿੰਨੇ ਕੁ ਲੋਕ ਹਨ, ਉਹਨਾਂ ਬਾਰੇ ਵੀ ਨਹੀਂ ਆਖਿਆ ਜਾ ਸਕਦਾ। ਤੋਲ ਅਤੋਲ ਨਾ ਤੋਲਣ ਹਾਰਾ। ਪਰਮਾਤਮਾ ਦੀ ਜਿਹੜੀ ਸ੍ਰਿਸ਼ਟੀ ਹੈ, ਤੋਲਣ ਤੋਂ ਅਤੋਲ ਹੈ। ਤੋਲ ਅਤੋਲ, ਤੋਲਣ ਤੋਂ ਅਤੋਲ ਮਤਲਬ ਤੋਲ ਕੇ ਨਹੀਂ ਦੱਸਿਆ ਜਾ ਸਕਦਾ। ਨਾ ਵਜਨ ਕਰਕੇ ਤੋਲੀ ਜਾ ਸਕਦੀ ਹੈ, ਨਾ ਬੰਦਾ ਬੁੱਧੀ ਦੀ ਤੱਕੜੀ ਦੇ ਵਿੱਚ ਵਿਚਾਰ ਦੇ ਵੱਟੇ ਪਾ ਕੇ ਤੋਲ ਸਕਦਾ ਹੈ। ਤੋਲਣ ਹਾਰਾ, ਕੋਈ ਵੀ ਇਸ ਨੂੰ ਤੋਲਣ ਹਾਰ ਨਾ, ਤੋਲਣ ਹਾਰਾ ਕੋਈ ਇਸ ਨੂੰ ਤੋਲਣ ਵਾਲਾ ਨਹੀਂ। ਕਾਦਰ ਦੀ ਕੁਦਰਤ ਦਾ ਵਿਚਾਰ ਕਰਕੇ ਪੂਰਨ ਤੌਰ 'ਤੇ ਨਹੀਂ ਦੱਸ ਸਕਦਾ ਕਿੱਡਾ ਕੁ ਵੱਡਾ ਹੈ। ਸਾਰਾ ਕੁਝ ਉਹਦਾ ਪਸਾਰਾ ਸਾਜਿਆ, ਗੁਣ ਔਗੁਣ, ਬੂਟੀਆਂ ਸੁਗੰਧੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਕਈ ਕੁਝ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿੰਨੇ ਕੁ ਦੱਸੀਏ, ਨਹੀਂ ਦੱਸੇ ਜਾ ਸਕਦੇ। ਪਰਮਾਤਮਾ ਜਿਹਨੇ ਇਹ ਸਭ ਕੁਝ ਪਸਾਰਾ, ਸਾਰਾ ਕੁਝ ਬਣਾਇਆ ਹੈ, ਉਹਦੇ ਬਾਰੇ ਕਿੱਡਾ ਕੁ ਵੱਡਾ ਹੈ, ਉਹ ਨਹੀਂ ਦੱਸਿਆ ਜਾ ਸਕਦਾ। ਸੋ ਇੱਥੋਂ ਤੱਕ 4 ਪੌੜੀਆਂ ਤੱਕ ਵਿਚਾਰ ਹੋਈ ਹੈ। ਸਤਿਗੁਰੂ ਮਿਹਰ ਕਰਨ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮੱਤ ਬਖਸ਼ਣੀ ਜੀ। ਕੇਵਡ ਆਖਾਂ ਭਾਉ ਭਉ, ਸਾਂਤ ਸਹਿਜ ਉਪਕਾਰ ਵਿਕਾਰਾ। ਤੋਲ ਅਤੋਲ ਨ ਤੋਲਣ ਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Yeah.
ਜੀ ਤੁਮਰੀ ਗਤ ਨੇ ਤੇ ਤੁਮਈ ਨਾਨਕ ਦਾ